ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਤੁਸੀਂ ਅਕਸਰ ਹੀ ਇਹ ਅਨੁਭਵ ਕੀਤਾ ਹੋਵੇਗਾ ਕਿ ਤੁਸੀਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦੇਖਦੇ ਹੋ, ਸੁਣਦੇ ਹੋ, ਪੜ੍ਹਦੇ ਹੋ, ਲੇਕਿਨ ਉਸ ਦੇ ਬਾਵਜੂਦ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੱਡਾ ਸਕਾਰਾਤਮਕ ਬਦਲਾਵ ਨਹੀਂ ਆਉਂਦਾ। ਤੁਸੀਂ ਉਸ ਆਤਮਿਕ ਸ਼ਾਂਤੀ ਤੇ ਖੁਸ਼ੀ ਦਾ ਅਨੁਭਵ ਨਹੀਂ ਕਰ ਪਾਉਂਦੇ ਜੋ ਤੁਸੀਂ ਕਰਨਾ ਚਾਹੁੰਦੇ ਹੋ। ਆਖਿਰ ਐਸਾ ਕਿਉਂ ਹੁੰਦਾ ਹੈ, ਜਾਣਾਂਗੇ ਇਸ ਵੀਡੀਓ ਵਿੱਚ ਮਹਾਤਮਾ ਬੁੱਧ ਦੇ ਜੀਵਨ ਨਾਲ ਜੁੜੀ ਹੋਈ ਇਸ ਕਹਾਣੀ ਦੇ ਦੁਆਰਾ। ਬੁੱਧ ਅਕਸਰ ਹੀ ਆਪਣੇ ਸ਼ਿਸ਼ਿਆਂ ਨੂੰ ਉਪਦੇਸ਼ ਦਿਆ ਕਰਦੇ ਸੀ, ਤੇ ਨਾ ਕੇਵਲ ਉਹਨਾਂ ਦੇ ਸ਼ਿਸ਼ ਬਲਕਿ ਦੂਰ ਦਰਾਡੇ ਦੇ ਪਿੰਡਾਂ ਤੇ ਨਗਰਾਂ ਤੋਂ ਵੀ ਲੋਕ ਉਪਦੇਸ਼ ਸੁਣਨ ਦੇ ਲਈ ਉਹਨਾਂ ਦੇ ਕੋਲ ਆਇਆ ਕਰਦੇ ਸੀ। ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਬਹੁਤ ਦੂਰ ਤੋਂ ਹਰ ਰੋਜ਼ ਮਹਾਤਮਾ ਜੀ ਦੇ ਉਪਦੇਸ਼ ਸੁਣਨ ਦੇ ਲਈ ਆਇਆ ਕਰਦਾ ਸੀ। ਉਹ ਲਗਭਗ ਪਿਛਲੇ 1 ਮਹੀਨੇ ਤੋਂ ਮਹਾਤਮਾ ਜੀ ਦੇ ਉਪਦੇਸ਼ ਸੁਣਨ ਦੇ ਲਈ ਆਸ਼ਰਮ ਵਿੱਚ ਆ ਰਿਹਾ ਸੀ, ਤੇ ਉਹ ਬੁੱਧ ਦੇ ਵੱਲੋਂ ਕਹੀ ਗਈ ਹਰ ਗੱਲ ਨੂੰ ਪੂਰੇ ਧਿਆਨ ਦੇ ਨਾਲ ਸੁਣਦਾ ਸੀ। ਤੇ ਜਦੋਂ ਬੁੱਧ ਦੇ ਪ੍ਰਵਚਨ ਸਮਾਪਤ ਹੋ ਜਾਂਦੇ ਸੀ ਤਾਂ ਉਹ ਵਾਪਸ ਆਪਣੇ ਘਰ ਚਲਾ ਜਾਂਦਾ ਸੀ। ਇੱਕ ਦਿਨ ਜਦੋਂ ਬੁੱਧ ਦੀ ਪ੍ਰਵਚਨ ਸਭਾ ਸਮਾਪਤ ਹੋ ਗਈ ਤਾਂ ਉਹ ਬਾਅਦ ਵਿੱਚ ਵੀ ਉੱਥੇ ਹੀ ਖੜਾ ਰਿਹਾ, ਤੇ ਜਦੋਂ ਸਾਰੇ ਲੋਕ ਉੱਥੋਂ ਚਲੇ ਗਏ ਤਾਂ ਉਹ ਬੁੱਧ ਦੇ ਕੋਲ ਜਾ ਕੇ ਬੋਲਿਆ ਕਿ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਤਾਂ ਬੁੱਧ ਨੇ ਕਿਹਾ, ਪੁੱਛੋ, ਕੀ ਪੁੱਛਣਾ ਹੈ? ਵਿਅਕਤੀ ਨੇ ਕਿਹਾ ਕਿ ਮੈਂ ਪਿਛਲੇ 1 ਮਹੀਨੇ ਤੋਂ ਹਰ ਰੋਜ਼ ਤੁਹਾਡੀਆਂ ਸਿੱਖਿਆਵਾਂ ਨੂੰ ਪੂਰੇ ਧਿਆਨਪੂਰਵਕ ਸੁਣਦਾ ਆ ਰਿਹਾ ਹਾਂ। ਮੈਨੂੰ ਉਹ ਹਰ ਇੱਕ ਗੱਲ ਯਾਦ ਹੈ ਜੋ ਤੁਸੀਂ ਪਿਛਲੇ 1 ਮਹੀਨੇ ਵਿੱਚ ਕਹੀ ਹੈ, ਪਰ ਤੁਹਾਡੀਆਂ ਇਹ ਸਿੱਖਿਆਵਾਂ ਮੇਰੀ ਜ਼ਿੰਦਗੀ ਵਿੱਚ ਕੋਈ ਸਕਾਰਾਤਮਕ ਪ੍ਰਭਾਵ ਨਹੀਂ ਪਾ ਰਹੀਆਂ। ਆਖਿਰ ਐਸਾ ਕਿਉਂ ਹੋ ਰਿਹਾ ਹੈ? ਤੁਹਾਡੇ ਉਹੀ ਪ੍ਰਵਚਨ ਸੁਣ ਕੇ ਲੋਕਾਂ ਦੀ ਪੂਰੀ ਜ਼ਿੰਦਗੀ ਬਦਲ ਗਈ ਹੈ। ਹੁਣ ਤਾਂ ਮੈਨੂੰ ਵੀ ਇੰਜ ਲੱਗਣ ਲੱਗਾ ਹੈ ਕਿ ਸ਼ਾਇਦ ਮੇਰੇ ਵਿੱਚ ਹੀ ਕੋਈ ਕਮੀ ਹੈ। ਬੁੱਧ ਨੇ ਮੁਸਕਰਾਉਂਦੇ ਹੋਏ ਪੁੱਛਿਆ ਕਿ ਤੂੰ ਰਹਿੰਦਾ ਕਿੱਥੇ ਹੈ? ਵਿਅਕਤੀ ਨੇ ਉੱਤਰ ਦਿੱਤਾ ਕਿ ਇੱਥੇ ਨਾਲ ਹੀ ਪੈਂਦੇ ਪਿੰਡ ਮੋਗੇ ਵਿੱਚ ਰਹਿੰਦਾ ਹਾਂ। ਤਾਂ ਬੁੱਧ ਨੇ ਫਿਰ ਪ੍ਰਸ਼ਨ ਕੀਤਾ ਕਿ ਤੂੰ ਇੱਥੇ ਆਸ਼ਰਮ ਕਿਸ ਤਰ੍ਹਾਂ ਆਉਂਦਾ ਹੈ? ਤਾਂ ਵਿਅਕਤੀ ਨੇ ਕਿਹਾ ਕਿ ਕਦੇ ਪੈਦਲ ਆਉਂਦਾ ਹਾਂ, ਕਦੇ ਬੈਲ ਗੱਡੀ ਤੇ ਆਉਂਦਾ ਹਾਂ, ਕਦੇ ਟਾਂਗੇ ਤੇ ਆਉਂਦਾ ਹਾਂ। ਬੁੱਧ ਨੇ ਫਿਰ ਉਸ ਨੂੰ ਪ੍ਰਸ਼ਨ ਕੀਤਾ ਕਿ ਹੁਣ ਤੂੰ ਮੈਨੂੰ ਇਹ ਦੱਸ ਕਿ ਕੀ ਤੂੰ ਇੱਥੇ ਬੈਠੇ ਬੈਠੇ ਆਪਣੇ ਘਰ ਪਹੁੰਚ ਸਕਦਾ ਹੈ? ਤਾਂ ਵਿਅਕਤੀ ਨੇ ਕਿਹਾ ਕਿ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਕਿ ਮੈਂ ਸਿਰਫ ਇੱਥੇ ਬੈਠੇ ਬੈਠੇ ਹੀ ਆਪਣੇ ਘਰ ਪਹੁੰਚ ਜਾਵਾਂ। ਆਪਣੇ ਘਰ ਪਹੁੰਚਣ ਦੇ ਲਈ ਪਹਿਲਾਂ ਤਾਂ ਮੈਨੂੰ ਇੱਥੋਂ ਚੱਲਣਾ ਪਵੇਗਾ, ਤੇ ਜੇਕਰ ਮੈਂ ਪੈਦਲ ਨਹੀਂ ਜਾਣਾ ਚਾਹੁੰਦਾ ਤਾਂ ਮੈਨੂੰ ਦੂਜੇ ਤਰੀਕਿਆਂ ਦੀ ਵਰਤੋਂ ਕਰਨੀ ਪਵੇਗੀ, ਜਿਵੇਂ ਟਾਂਗਾ ਜਾਂ ਬੈਲ ਗੱਡੀ। ਬੁੱਧ ਨੇ ਕਿਹਾ ਕਿ ਸਹੀ ਕਿਹਾ ਤੂੰ, ਸਾਰਿਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਚੱਲਣਾ ਹੀ ਪੈਂਦਾ ਹੈ। ਬਿਨਾਂ ਚੱਲੇ ਮੰਜ਼ਿਲ ਤੇ ਪਹੁੰਚਿਆ ਨਹੀਂ ਜਾ ਸਕਦਾ। ਠੀਕ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਵਿੱਚ ਬਦਲਾਵ ਲਿਆਉਣ ਦੇ ਲਈ ਸਾਨੂੰ ਸਿੱਖਿਆਵਾਂ ਤੇ ਅਮਲ ਵੀ ਕਰਨਾ ਪੈਂਦਾ ਹੈ। ਸਿਰਫ ਮੇਰੇ ਉਪਦੇਸ਼ਾਂ ਨੂੰ ਸੁਣਨ ਦੇ ਨਾਲ ਹੀ ਤੇਰੀ ਜ਼ਿੰਦਗੀ ਵਿੱਚ ਕੋਈ ਬਦਲਾਵ ਨਹੀਂ ਹੋਣ ਵਾਲਾ। ਤੈਨੂੰ ਇਹਨਾਂ ਦੇ ਹਿਸਾਬ ਨਾਲ ਚੱਲਣਾ ਵੀ ਪਵੇਗਾ। ਜੇਕਰ ਤੂੰ ਸੱਚਮੁੱਚ ਹੀ ਆਪਣੀ ਜ਼ਿੰਦਗੀ ਵਿੱਚ ਕੁਝ ਬਦਲਾਵ ਲਿਆਉਣਾ ਚਾਹੁੰਦਾ ਹੈ ਤਾਂ ਇਹਨਾਂ ਉਪਦੇਸ਼ਾਂ ਵਿੱਚ ਕਹੀਆਂ ਗਈਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਵੀ ਪਵੇਗਾ, ਤੇ ਇਹਨਾਂ ਵਿੱਚ ਦੱਸੇ ਗਏ ਰਸਤਿਆਂ ਤੇ ਤੈਨੂੰ ਚੱਲਣਾ ਵੀ ਪਵੇਗਾ। ਫਿਰ ਕਿਤੇ ਜਾ ਕੇ ਤੂੰ ਆਪਣੀ ਜ਼ਿੰਦਗੀ ਵਿੱਚ ਕੋਈ ਸਕਾਰਾਤਮਕ ਬਦਲਾਵ ਦੇਖ ਸਕੇਗਾ। ਦੋਸਤੋ, ਇਸ ਧਰਤੀ ਦੇ ਮਾਨਵ ਕਲਿਆਣ ਦੇ ਲਈ ਮਹਾਤਮਾ ਬੁੱਧ ਨੇ ਬਹੁਤ ਲੰਬੀ ਯਾਤਰਾ ਕੀਤੀ ਹੈ। ਆਪਣੇ ਗਿਆਨ ਪ੍ਰਾਪਤੀ ਦੇ ਬਾਅਦ ਦੇ ਅਗਲੇ 42 ਸਾਲਾਂ ਤੱਕ ਉਹਨਾਂ ਨੇ ਲਗਾਤਾਰ ਉੱਤਰੀ ਭਾਰਤ ਵਿੱਚ ਯਾਤਰਾਵਾਂ ਕੀਤੀਆਂ ਹਨ। ਬੁੱਧ ਇੱਕ ਜਾਗਰਤ ਵਿਅਕਤੀ ਹੋਣ ਦੇ ਨਾਲ ਨਾਲ ਇੱਕ ਬਹੁਤ ਚੰਗੇ ਲੀਡਰ ਵੀ ਸਨ। ਨਹੀਂ ਤਾਂ ਅੱਜ ਤੋਂ 2500 ਸਾਲ ਪਹਿਲਾਂ ਇੰਨਾ ਆਸਾਨ ਨਹੀਂ ਸੀ ਲੋਕਾਂ ਦੀਆਂ ਪੁਰਾਣੀਆਂ ਧਾਰਨਾਵਾਂ ਨੂੰ ਤੋੜ ਕੇ ਉਹਨਾਂ ਨੂੰ ਸਹੀ ਰਸਤੇ ਤੇ ਲੈ ਕੇ ਆਉਣਾ। ਇਹ ਉਹਨਾਂ ਦੀ ਲੀਡਰਸ਼ਿਪ ਕੁਆਲਿਟੀ ਦਾ ਹੀ ਕਮਾਲ ਸੀ ਕਿ ਉਹ ਹਜ਼ਾਰਾਂ ਲੱਖਾਂ ਲੋਕਾਂ ਨੂੰ ਆਪਣੀ ਗੱਲ ਸਮਝਾ ਪਾਉਂਦੇ ਸੀ। ਦੋਸਤੋ, ਇੱਕ ਹੀ ਜਗ੍ਹਾ ਤੇ ਰੁਕੇ ਰਹਿਣ ਨਾਲੋਂ ਚੰਗਾ ਹੁੰਦਾ ਹੈ ਲਗਾਤਾਰ ਹੌਲੀ ਹੌਲੀ ਚੱਲਦੇ ਰਹਿਣਾ। ਰੁਕੇ ਹੋਏ ਲੋਕ ਕਦੇ ਵੀ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਪਾਉਂਦੇ, ਪਰ ਜੋ ਲੋਕ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਹਨ ਉਹ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਨੂੰ ਜ਼ਰੂਰ ਪਾ ਲੈਂਦੇ ਹਨ। ਮਹਾਤਮਾ ਬੁੱਧ ਕਹਿੰਦੇ ਸੀ ਕਿ ਜਦੋਂ ਤੱਕ ਅਸੀਂ ਚੰਗੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਨ ਦੀ ਕੋਸ਼ਿਸ਼ ਨਾ ਕਰਾਂਗੇ, ਉਦੋਂ ਤੱਕ ਕਿਸੇ ਦੀ ਵੀ ਚੰਗੀ ਗੱਲ ਦਾ ਸਾਡੇ ਉੱਤੇ ਕੋਈ ਵੀ ਅਸਰ ਨਹੀਂ ਹੋਵੇਗਾ। ਜ਼ਿੰਦਗੀ ਦੀ ਸਭ ਤੋਂ ਵੱਡੀ ਅਸਫਲਤਾ ਇਹੀ ਹੈ ਕਿ ਅਸੀਂ ਜਾਣਦੇ ਹੋਏ ਵੀ ਉਹਨਾਂ ਨਿਯਮਾਂ ਦਾ ਪਾਲਣ ਨਹੀਂ ਕਰਦੇ ਜੋ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹਨ। ਇਸ ਲਈ ਦੋਸਤੋ, ਸਾਨੂੰ ਸਭ ਨੂੰ ਬੁੱਧ ਦੀ ਇਹ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਸਿਰਫ ਗਿਆਨ ਦਾ ਹੋਣਾ ਹੀ ਕਾਫੀ ਨਹੀਂ ਹੈ, ਬਲਕਿ ਸਾਨੂੰ ਉਸ ਗਿਆਨ ਦੇ ਅਨੁਸਾਰ ਆਪਣੇ ਜੀਵਨ ਨੂੰ ਜਿਉਣਾ ਵੀ ਚਾਹੀਦਾ ਹੈ। ਲੇਕਿਨ ਸਾਡੇ ਵਿੱਚੋਂ ਕਿੰਨੇ ਕੁ ਲੋਕ ਇਹ ਕਰਦੇ ਹਨ, ਇਹ ਇੱਕ ਸੋਚਣ ਦੀ ਗੱਲ ਹੈ। ਦੋਸਤੋ, ਤੁਸੀਂ ਆਪਣੇ ਆਸੇ-ਪਾਸੇ ਕੁਝ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਅਕਸਰ ਹੀ ਆਪਣੇ ਗਿਆਨ ਦੀ ਹਵਾ ਕਰਦੇ ਰਹਿੰਦੇ ਹਨ ਕਿ ਮੈਨੂੰ ਇਹ ਪਤਾ ਹੈ, ਮੈਨੂੰ ਉਹ ਪਤਾ ਹੈ, ਪਰ ਉਹ ਸ਼ਾਇਦ ਹੀ ਕਿਤੇ ਉਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਹਨ, ਕਿਉਂਕਿ ਉਹਨਾਂ ਦੀ ਕਥਨੀ ਤੇ ਕਰਨੀ ਵਿੱਚ ਫਰਕ ਹੁੰਦਾ ਹੈ। ਇਸ ਲਈ ਦੂਜੇ ਲੋਕ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਵੀ ਨਹੀਂ ਕਰਦੇ ਤੇ ਨਾ ਹੀ ਉਹਨਾਂ ਦੀਆਂ ਗੱਲਾਂ ਨੂੰ ਗੰਭੀਰਤਾ ਦੇ ਨਾਲ ਲੈਂਦੇ ਹਨ। ਅਸੀਂ ਦਿਨ ਭਰ ਵਿੱਚ ਬਹੁਤ ਚੰਗੀਆਂ ਬੁਰੀਆਂ ਗੱਲਾਂ ਦੇਖਦੇ ਤੇ ਸੁਣਦੇ ਹਾਂ, ਪਰ ਉਹਨਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਭੁੱਲ ਜਾਂਦੇ ਹਾਂ। ਕੁਝ ਚੀਜ਼ਾਂ ਸਾਡੇ ਦਿਮਾਗ ਵਿੱਚ ਲੰਬੇ ਸਮੇਂ ਤੱਕ ਰਹਿ ਜਾਂਦੀਆਂ ਹਨ, ਪਰ ਬਾਅਦ ਵਿੱਚ ਅਸੀਂ ਉਹਨਾਂ ਨੂੰ ਵੀ ਭੁੱਲ ਜਾਂਦੇ ਹਾਂ। ਪਰ ਉਹਨਾਂ ਵਿੱਚੋਂ ਹੀ ਕੁਝ ਚੀਜ਼ਾਂ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਯਾਦਾਂ ਦੇ ਰੂਪ ਵਿੱਚ ਬੈਠ ਜਾਂਦੀਆਂ ਹਨ। ਲੇਕਿਨ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਸ਼ੁਰੂ ਕਰ ਦਿੰਦੇ ਹਾਂ, ਫਿਰ ਉਹਨਾਂ ਨੂੰ ਹੀ ਕਰਦੇ ਰਹਿੰਦੇ ਹਾਂ,
ਤੇ ਇਹੀ ਉਹ ਚੀਜ਼ਾਂ ਹਨ ਜੋ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਫਿਰ ਹੌਲੀ-ਹੌਲੀ ਇਹ ਸਾਡੀ ਆਦਤ ਬਣ ਜਾਂਦੀਆਂ ਹਨ ਤੇ ਆਖਿਰ ਵਿੱਚ ਇਹ ਸਾਡੇ ਵਿਅਕਤੀਤਵ ਦਾ ਇੱਕ ਹਿੱਸਾ ਬਣ ਜਾਂਦੀਆਂ ਹਨ ਤੇ ਫਿਰ ਸਾਡੇ ਸੁਭਾਅ ਵਿੱਚ ਇਹਨਾਂ ਦੀ ਝਲਕ ਦਿਖਾਈ ਦੇਣ ਲੱਗ ਜਾਂਦੀ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਚੀਜ਼ਾਂ ਚੰਗੀਆਂ ਹਨ ਜਾਂ ਬੁਰੀਆਂ ਹਨ। ਅਸੀਂ ਜਿਸ ਵੀ ਚੀਜ਼ ਨੂੰ ਕਰਨਾ ਸ਼ੁਰੂ ਕਰ ਦਿੰਦੇ ਹਾਂ ਉਹ ਸਾਡੀ ਆਦਤ ਬਣ ਜਾਂਦੀ ਹੈ ਤੇ ਅਖੀਰ ਵਿੱਚ ਸਾਡੇ ਵਿਅਕਤੀਤਵ ਦਾ ਇੱਕ ਹਿੱਸਾ ਬਣ ਜਾਂਦੀ ਹੈ। ਤੇ ਜੇਕਰ ਉਹ ਚੀਜ਼ਾਂ ਚੰਗੀਆਂ ਹਨ ਤਾਂ ਸਾਡਾ ਵਿਅਕਤੀਤਵ ਵੀ ਸਕਾਰਾਤਮਕ ਹੋਵੇਗਾ ਤੇ ਅਸੀਂ ਲੋਕਾਂ ਨੂੰ ਵੀ ਸਕਾਰਾਤਮਕ ਤਰੀਕੇ ਦੇ ਨਾਲ ਪ੍ਰਭਾਵਿਤ ਕਰਾਂਗੇ। ਪਰ ਜੇਕਰ ਉਹ ਚੀਜ਼ਾਂ ਬੁਰੀਆਂ ਹਨ ਤਾਂ ਸਾਡਾ ਵਿਅਕਤੀਤਵ ਵੀ ਬੁਰਾ ਹੀ ਹੋਵੇਗਾ, ਫਿਰ ਅਸੀਂ ਲੋਕਾਂ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਾਂਗੇ। ਪਰ ਯਾਦ ਰਹੇ, ਇੱਥੇ ਸਿਰਫ ਵਿਅਕਤੀਤਵ ਦੀ ਗੱਲ ਹੋ ਰਹੀ ਹੈ ਤੇ ਵਿਅਕਤੀਤਵ ਕਦੇ ਵੀ ਪਰਮਾਨੈਂਟ ਨਹੀਂ ਹੁੰਦਾ, ਇਸ ਨੂੰ ਬਦਲਿਆ ਵੀ ਜਾ ਸਕਦਾ ਹੈ। ਸਿਰਫ ਆਪਣੇ ਚਰਿੱਤਰ ਦੇ ਦੁਆਰਾ ਹੀ ਕੋਈ ਇਨਸਾਨ ਦੂਜਿਆਂ ਨੂੰ ਲੰਬੇ ਸਮੇਂ ਤੱਕ ਪ੍ਰਭਾਵਿਤ ਕਰ ਸਕਦਾ ਹੈ, ਲੇਕਿਨ ਫਿਰ ਵੀ ਸਾਡੇ ਸ਼ੁਰੂਆਤੀ ਪ੍ਰਭਾਵ ਪਹਿਚਾਣ ਸਾਡਾ ਵਿਅਕਤੀਤਵ ਯਾਨੀ ਪਰਸਨੈਲਿਟੀ ਹੀ ਦਿੰਦੀ ਹੈ। ਇਸ ਲਈ ਇਸ ਨੂੰ ਸਕਾਰਾਤਮਕ ਰੱਖਣਾ ਵੀ ਬਹੁਤ ਜ਼ਰੂਰੀ ਹੈ। ਚਾਹੇ ਚਰਿੱਤਰ ਹੋਵੇ ਜਾਂ ਵਿਅਕਤੀਤਵ, ਇਹਨਾਂ ਦੋਹਾਂ ਨੂੰ ਹੀ ਸਕਾਰਾਤਮਕ ਰੱਖਿਆ ਜਾ ਸਕਦਾ ਹੈ, ਚੰਗੀਆਂ ਚੀਜ਼ਾਂ ਦੇਖ ਕੇ, ਸੁਣ ਕੇ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ। ਇਸ ਲਈ ਦੋਸਤੋ, ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਸਕਾਰਾਤਮਕ ਬਦਲਾਵ ਲਿਆਉਣਾ ਚਾਹੁੰਦੇ ਹਾਂ ਤਾਂ ਅਸੀਂ ਚੰਗੀਆਂ ਚੀਜ਼ਾਂ ਤੇ ਗੱਲਾਂ ਨੂੰ ਸਿਰਫ ਸੁਣਨਾ ਜਾਂ ਦੇਖਣਾ ਹੀ ਨਹੀਂ ਹੈ, ਬਲਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਵੀ ਕਰਨਾ ਹੈ। ਦੋਸਤੋ, ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਜੇ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।